ਪਿਆਰੇ ਵਿਦਿਆਰਥੀਓ, ਤੁਹਾਡੇ ਲਈ ਕਰਮਜੀਤ ਸਿੰਘ ਕੁੱਸਾ ਦੇ ਨਾਵਲ ਰੋਹੀ ਬੀਆਬਾਨ ਦੇ ਕਾਂਡ 4 ਦਾ ਆਡੀਓ ਰੂਪ ਪੇਸ਼ ਕੀਤਾ ਜਾ ਰਿਹਾ ਹੈ। ਨਾਵਲ ਦੀ ਲੜੀ ਜੋੜਨ ਲਈ ਪਿਛਲੇ 3 ਕਾਂਡਾਂ ਦਾ ਲਿੰਕ ਵੀ ਇਸ ਵੀਡੀਓ ਦੀ ਡਿਸਕ੍ਰਿਪਸ਼ਨ ਵਿੱਚ ਦਿੱਤਾ ਜਾਵੇਗਾ। ਵਿਦਿਆਰਥੀਓ, ਇਸ ਆਡੀਓ ਨੂੰ ਧਿਆਨ ਨਾਲ ਸੁਣਿਆ ਜਾਵੇ ਅਤੇ ਇਸ ਵਿੱਚ ਆਏ ਵਿਚਾਰਾਂ ਨੂੰ ਚੰਗੀ ਤਰ੍ਹਾਂ ਸਮਝਿਆ ਜਾਵੇ। ਇਸ ਦੇ ਨਾਲ ਹੀ ਮੈਂ ਇੱਕ ਹੋਰ ਤਾਕੀਦ ਕਰਦਾ ਹਾਂ ਕਿ ਇਸ ਨਾਵਲ ਦੀ ਸ਼ਬਦਾਵਲੀ ਨੂੰ ਅਦਰਵਾਈਜ਼ ਨਾ ਲਿਆ ਜਾਵੇ, ਕਿਉਂਕਿ ਕਈ ਵਾਰ ਨਾਵਲਕਾਰ ਆਪਣੇ ਨਾਵਲ ਦੀ ਬਿਰਤਾਂਤਕਤਾ ਨੂੰ ਬਣਾਈ ਰੱਖਣ ਲਈ ਅਜਿਹੀ ਸ਼ਬਦਾਵਲੀ ਦੀ ਵਰਤੋਂ ਕਰਨ ਦੀ ਖੁੱਲ੍ਹ ਲੈ ਲੈਂਦੇ ਹਨ। ਆਓ ਕਾਂਡ ਚੌਥਾ ਦਾ ਆਡੀਓ ਸੁਣਦੇ ਹਾਂ। ਗੋਰਾ ਅਜੇ ਵੀ ਵੱਡੀ ਫਿਰਨੀ ਤੇ ਹੀ ਸੀ ਜਦੋਂ ਸਕੂਲ ਦੀ ਦੂਜੀ ਘੰਟੀ ਵੱਜ ਗਈ। ਉਹ ਆਪਣੇ ਤਣੀ ਟੁੱਟੀ ਵਾਲੇ ਝੋਲੇ ਨੂੰ ਸਾਂਭਦਾ ਸਕੂਲ ਨੂੰ ਭੱਜ ਤੁਰਿਆ। ਗੇਟ ਕੋਲ 4-5 ਮੁੰਡੇ ਕੁੜੀਆਂ ਸਹਿਮੇ ਤੁਰੇ ਜਾਂਦੇ ਸਨ। ਗੋਰਾ ਉਹਨਾਂ ਨਾਲ ਜਾ ਰਲਿਆ। ਗੋਰੇ ਨੂੰ ਨਿੱਤ ਹੀ ਕਵੇਲਾ ਹੋ ਜਾਂਦਾ ਸੀ, ਕਿਉਂਕਿ ਉਸ ਨੂੰ ਨਿੱਕਾ ਮੋਟਾ ਕੰਮ ਕਰਵਾਉਣਾ ਪੈਂਦਾ ਸੀ। ਅਜੇ ਉਹ ਗੇਟ ਹੀ ਲੰਘੇ ਸਨ, ਜਾਣ ਗਣ ਵਾਲਾ ਗੀਤ ਸ਼ੁਰੂ ਵੀ ਹੋ ਗਿਆ ਸੀ। ਉਹ ਸਾਰੇ ਉਰੇ ਹੀ ਸਕੂਲ ਦੇ ਅੰਦਰ ਜਾਂਦੀ ਸੜਕ ਤੇ ਸਾਵਧਾਨ ਹੋ ਕੇ ਖੜ ਗਏ। ਗੀਤ ਤੋਂ ਬਾਅਦ ਨਾਅਰੇ ਲਵਾਏ, ਆਲਾ ਦੁਆਲਾ ਗੂੰਜ ਉੱਠਿਆ ਤੇ ਜਦੋਂ ਪੀਟੀ ਹੋਣ ਲੱਗੀ ਤਾਂ ਉਹ ਸਾਰੇ ਜਾਣੇ ਹੌਲੀ ਹੌਲੀ ਰਿਸਕਦੇ ਪਿਛਲੀ ਕਤਾਰ ਵਿੱਚ ਜਾ ਕੇ ਖਲੋ ਗਏ। ਪੀਟੀ ਤੋਂ ਬਾਅਦ ਘੋਨੇ ਮਾਸਟਰ ਨੇ ਲੇਟ ਆਉਣ ਵਾਲੇ ਪਾਸੇ ਕੱਢ ਲਏ। ਜਦੋਂ ਗੋਰੇ ਦੀ ਵਾਰੀ ਆਈ ਤਾਂ ਉਹ ਪਹਿਲਾਂ ਹੀ ਕੰਬਣ ਲੱਗ ਪਿਆ। ਤੂੰ ਇੰਨਾ ਚਿਰ ਘਰੇ ਆਂਡਿਆਂ ਤੇ ਬੈਠਾ ਹੁੰਦਾ ਓਏ? ਜੀ ਮੇਰੀ ਜੀ ਬੀਬੀ ਖੇਤ ਨੂੰ ਗਈ ਹੋਈ ਸੀ ਤੇ ਤੂੰ ਬੰਟਿਆਂ ਨਾਲ ਖੇਡਦਾ ਰਿਹਾ? ਨਹੀਂ ਜੀ, ਸਾਡੇ ਘਰੇ ਨਹੀਂ ਸੀ ਜੀ ਕੋਈ ਜੀ। ਮਾਸਟਰ ਨੇ ਗੋਰੇ ਨੂੰ ਦੋਹਾਂ ਮੋਢਿਆਂ ਤੋਂ ਫੜ ਲਿਆ ਤੇ ਫਿਰ ਖੱਬੇ ਹੱਥ ਦੀਆਂ 4 ਉਂਗਲਾਂ ਨਾਲ ਉਸ ਗੋਰੇ ਦੇ ਨਿਵੇਂ ਸਿਰ ਨੂੰ ਠੋਡੀ ਤੋਂ ਉਤਾਂਹ ਕੀਤਾ। ਜਦੋਂ ਗੋਰੇ ਨੇ ਬੱਗੀਆਂ ਜਹੀਆਂ ਅੱਖਾਂ ਨਾਲ ਅਧਿਆਪਕ ਵੱਲ ਵੇਖਿਆ, ਉਦੋਂ ਹੀ ਉਸ ਦੀ ਸੱਜੀ ਗੱਲ ਤੇ ਮਾਸਟਰ ਦਾ ਜਮਦੂਤ ਵਰਗਾ ਹੱਥ ਚਪੇੜ ਬਣ ਕੇ ਆ ਪਿਆ। ਗੋਰਾ ਆਪਣੀ ਗੱਲ ਪਲੋਸਦਾ ਪਿੱਛੇ ਹਟ ਗਿਆ। ਤੇਰਾ ਰੋਜ਼ ਦਾ ਹੀ ਇਹ ਕੰਮ ਹੈ, ਆਉਂਦਾ ਜਾਂਦਾ ਤੈਨੂੰ ਕੱਖ ਨਹੀਂ, ਇਲਤਾਂ ਕਰਨ ਨੂੰ ਸਾਰਿਆਂ ਤੋਂ ਮੂਹਰੇ। ਜਦੋਂ ਫੇਰ ਮਾਸਟਰ ਉਹਦੇ ਵੱਲ ਵਧਿਆ ਤਾਂ ਗੋਰਾ ਗੱਲ ਉੱਤੇ ਉਵੇਂ ਹੱਥ ਰੱਖੀ ਪਿੱਛੇ ਹਟਦਾ ਬੋਲਿਆ, ਫੇਰ ਨਹੀਂ ਜੀ ਲੇਟ ਆਉਂਦਾ ਜੀ ਅੱਜ ਤੋਂ। ਤੇਰਾ ਤਾਂ ਰੋਜ਼ ਦਾ ਹੀ ਇਹ ਕੰਮ ਹੈ, ਮਾਸਟਰ ਨੇ ਫੇਰ ਗੁੱਸੇ ਵਿੱਚ ਆਖਿਆ। ਨਹੀਂ ਜੀ, ਅੱਜ ਤੋਂ ਨਹੀਂ ਜੀ ਲੇਟ ਆਉਂਦਾ। ਐਤਵਾਰ ਵਾਲੇ ਦਿਨ ਨਹਾਤਾ ਸੀ, ਕੱਪੜੇ ਧੋਤੇ ਸੀ? ਕੱਪੜੇ ਦੇਖ ਆਪਦੇ, ਮੁਸ਼ਕ ਆਉਂਦਾ ਵਿੱਚੋਂ। ਗੋਰੇ ਨੇ ਸਰਸਰੀ ਜਿਹੀ ਨਜ਼ਰ ਨਾਲ ਆਪਣੇ ਪਾਏ ਕੱਪੜਿਆਂ ਇੱਕ ਪਲ ਮਾਸਟਰ ਨੇ ਉਹਦੇ ਵੱਲ ਧਿਆਨ ਲਾਇਆ ਤਾਂ ਉਹਦੀ ਨਿਗਾਹ ਸਕਿੰਟ ਵਿੱਚ ਦੀ ਗੋਰੇ ਦੇ ਸਾਰੇ ਸਰੀਰ ਤੋਂ ਦੀ ਲੰਘ ਗਈ। ਫੇਰ ਉਸ ਦੇ ਨੇੜੇ ਹੋ ਕੇ ਸਮਝੌਤੀ ਜਿਹੀ ਦਿੰਦਿਆਂ ਕਿਹਾ, ਦੇਖ ਓਏ, ਜੇ ਪੜ੍ਹਨਾ ਤਾਂ ਬੰਦਾ ਬਣ ਕੇ ਪੜ੍ਹ, ਨਹੀਂ ਇਉਂ ਕੁੱਤੇ ਘੜੀਸ ਨਾ ਕਰ। ਨਾਲੇ ਆਪ ਔਖਾ ਹੁੰਦਾ ਨਾਲੇ ਸਾਨੂੰ ਕਰਦਾ। ਆਪਦੇ ਮਾਂ ਪਿਓ ਨੂੰ ਤਾਂ ਕਰਨਾ ਹੀ ਹੈ। ਜੇ 4 ਜਮਾਤਾਂ ਪੜ੍ਹ ਜਾਏਗਾ ਤਾਂ ਤੇਰੀ ਜ਼ਿੰਦਗੀ ਬਣ ਜੂ। ਪਹਿਲਾਂ ਤੂੰ ਆਪਣੇ ਵੱਲ ਨਜ਼ਰ ਮਾਰ, ਨਹੁੰ ਦੇਖ ਕਿਵੇਂ ਕੁਹਾੜਿਆਂ ਵਾਂਗੂ ਵਧੇ ਹੈ। ਗੋਰਾ ਉਸੇ ਤਰ੍ਹਾਂ ਸਾਵਧਾਨ ਜਿਹਾ ਖਲੋਤਾ ਹੀ ਨਹੁੰਆਂ ਨੂੰ ਗੂਠਿਆਂ ਨਾਲ ਛੋਹ ਰਿਹਾ ਸੀ। ਝੱਗਾ ਪਜਾਮਾ ਤੇਰਾ ਜੁੱਲ ਵਰਗਾ ਹੋਇਆ ਪਿਆ, ਮੂੰਹ ਤੂੰ ਨਹੀਂ ਧੋਤਾ ਕਦੇ? ਚਲੋ ਜੀ ਜਾਣ ਦਿਓ, ਆਪਾਂ ਨੂੰ ਕੀ, ਇਹਨਾਂ ਦੇ ਮਾਂ ਪਿਓ ਨੂੰ ਦੁੱਖ ਹੋਊ, ਸਾਡੇ ਕੋਲੋਂ ਕੀ ਮੈਲ ਜਾਂਦੀ ਹੈ। ਦੂਜੇ ਪਾਸੇ ਖਲੋਤੇ ਸ਼ੌਕੀਨ ਜਿਹੇ ਅਧਿਆਪਕ ਨੇ ਆਖਿਆ। ਫੇਰ ਉਸ ਬਾਕੀ ਡਰਨਿਆਂ ਵਾਂਗੂ ਖਲੋਤੇ ਬੱਚਿਆਂ ਨੂੰ ਡੰਡਾ ਘਮਾਉਂਦਿਆਂ ਕਿਹਾ, ਚਲੋ ਓਏ, ਪਹਿਲਾਂ ਆਹ ਦੋਹਾਂ ਗਰਾਊਂਡਾਂ ਵਿੱਚੋਂ ਪੱਤੇ ਡੱਕੇ ਕਾਗਜ਼ ਵਗੈਰਾ ਚੁੱਕ ਕੇ ਕੇਰਾ ਰੰਡੀ ਦੇ ਸਿਰ ਵਰਗਾ ਕਰ ਦਿਓ। ਬੱਚੇ ਭੇਡਾਂ ਵਾਂਗ ਦੋਹਾਂ ਗਰਾਊਂਡਾਂ ਵਿੱਚ ਵੜ ਗਏ। ਘੋਨੇ ਮਾਸਟਰ ਦੀਆਂ ਆਖੀਆਂ ਗੱਲਾਂ ਨਾਲ ਗੋਰੇ ਦਾ ਮਨ ਬਹੁਤ ਹੀ ਭੈੜਾ ਪਿਆ। ਇਸ ਕਰਕੇ ਨਹੀਂ ਕਿ ਸਾਰੇ ਸਕੂਲ ਦੇ ਸਾਹਮਣੇ ਉਸ ਦੀ ਲਾਪਾ ਹੋਈ। ਇਹ ਕੰਮ ਤਾਂ ਹੁਣ ਤਕਰੀਬਨ ਨਿੱਤ ਦਾ ਸੀ। ਇਹਨਾਂ ਸੋਚਾਂ ਵਿੱਚ ਡੁੱਬਿਆ ਉਹ ਮੇਲੇ 'ਚ ਬੌਂਦਲੇ ਕਤੂਰੇ ਵਾਂਗ ਫਿਰ ਰਿਹਾ ਸੀ। ਓਏ ਗੋਰਿਆ ਓਏ! ਗੋਰੇ ਨੇ ਟੇਢੀ ਧੌਣ ਕਰਕੇ ਆਪਣੇ ਖੱਬੇ ਪਾਸੇ ਦੇਖਿਆ। ਸਾਰਜੈਂਟ ਉਹਦੇ ਵੱਲ ਸ਼ਰਾਰਤੀ ਅੱਖੀਂ ਦੇਖ ਰਿਹਾ ਸੀ। ਕਿਵੇਂ ਆ? ਸਾਰਜੈਂਟ ਹੱਸਿਆ। ਗੋਰੇ ਨੇ ਨੀਵੀਂ ਪਾਉਂਦਿਆਂ ਹੌਲੀ ਜਿਹੀ ਉਸ ਨੂੰ ਮਾਂ ਦੀ ਗਾਲ ਕੱਢ ਦਿੱਤੀ ਤੇ ਇੱਧਰ ਉੱਧਰ ਪੱਤੇ ਡੱਕੇ ਚੁਗਣ ਲੱਗ ਪਿਆ। ਉਦੋਂ ਹੀ ਉਹਦੇ ਕੰਨੀ ਚਿਲਕਵਾਂ ਹਾਸਾ ਪਿਆ। ਉਸ ਨੂੰ ਇਉਂ ਮਹਿਸੂਸ ਹੋਇਆ ਜਿਵੇਂ ਉਸ ਬਾਰੇ ਹੱਸ ਰਹੇ ਸਨ। ਉਹਨਾਂ ਨੂੰ ਚਰਚੋਲਾਂ ਜਿਹੀਆਂ ਪਾਉਂਦਿਆਂ ਦੇਖ ਕੇ 2-4 ਨਿਆਣੇ ਉਹਨਾਂ ਦੇ ਦੁਆਲੇ ਆ ਜੁੜੇ। ਅਜੇ ਤਾਂ ਜਮਾਤ 'ਚ ਸਵਾਦ ਮਿਲੂ ਇਹਨੂੰ। ਗੋਰੇ ਨੂੰ ਸਾਧੂ ਦੇ ਵੱਡੇ ਮੁੰਡੇ ਦਾ ਬੋਲ ਸੁਣਿਆ। ਉਹਨੂੰ ਕਚੀਚੀ ਛੁੱਟੀ ਤੇ ਦੰਦੀਆਂ ਕਚੀਚਦਿਆਂ ਉਹਨੂੰ ਵੀ ਇੱਕ ਗਾਲ ਕੱਢੀ। ਨਾਲ ਫਿਰ ਰਹੇ ਨਿਆਣੇ ਗੋਰੇ ਵੱਲ ਝਾਕ ਕੇ ਤੇ ਜਦੋਂ ਗੋਰਾ ਉਹਨਾਂ ਵੱਲ ਕੁਰਖਤ ਜਿਹਾ ਹੋ ਕੇ ਝਾਕਿਆ ਤਾਂ ਉਹ ਦੰਦੀਆਂ ਜਿਹੀਆਂ ਕੱਢਦੇ ਪਰਾਂ ਨੂੰ ਹੋ ਗਏ। ਇਹਨੇ ਸਵਾਲ ਵੀ ਨਹੀਂ ਕੱਢੇ ਹੋਣੇ। ਮੈਂਟੂ ਦਾ ਬੋਲ ਸੁਣਿਆ। ਅੱਛਾ। ਸਾਰਜੈਂਟ ਨੇ ਮੋਟੀਆਂ ਬਿੱਲੀਆਂ ਅੱਖਾਂ ਬਲੌਰਾਂ ਵਾਂਗ ਘੁਮਾਈਆਂ। ਫੇਰ ਤਾਂ ਹੈ ਹੀ ਸ਼ੱਕ ਤੇ ਤਮਾਸ਼ਾ ਦੇਖਾਂਗੇ ਬਈ ਦੇਖਾਂਗੇ। ਬਰੀਕ ਆਵਾਜ਼ਾਂ ਵਿੱਚ ਸੇੜੀਆਂ ਵਰਗਾ ਗੀਤ ਜਿਹਾ ਉੱਚਾ ਉੱਠਿਆ। ਗੋਰਾ ਚਿੱਤ ਵਿੱਚ ਕਾੜਨੀ ਵਾਂਗ ਰਿੱਝਦਾ ਇਹ ਵਿਉਂਤ ਬਣਾ ਰਿਹਾ ਸੀ। ਛੁੱਟੀ ਤੋਂ ਪਿੱਛੋਂ ਸਾਧੂ ਦੇ ਵੱਡੇ ਮੁੰਡੇ ਤੇ ਸਾਰਜੈਂਟ ਨੂੰ ਕਿਸੇ ਤਰ੍ਹਾਂ ਤੌਣੀ ਚਾੜਾਂ। ਉਹਨਾਂ ਦੇ ਝੁੰਡ ਵਿੱਚ ਵਹਿੰਦਾ ਕਚੀਚੀਆਂ ਲੈਂਦਾ ਰਿਹਾ। ਗੋਰਿਆ ਓਏ! ਸਾਰਜੈਂਟ ਫਿਰ ਤੁੜਕਿਆ। ਇੰਨੀ ਦੂਰੋਂ ਉਹਦੀਆਂ ਮੋਟੀਆਂ ਅੱਖਾਂ ਉਹਨੂੰ ਚੁੰਨੀਆਂ ਜਿਹੀਆਂ ਜਾਪੀਆਂ। ਸਾਰਜੈਂਟ ਨੇ ਪਹਿਲਾਂ ਪਰੇ ਫਿਰਦੇ ਮਾਸਟਰ ਵੱਲ ਵੇਖਿਆ,
ਫਿਰ ਆਪਣੀ ਗੱਲ ਉੱਤੇ ਆਪਣੇ ਹੱਥ ਦੀ ਚਪੇੜ ਬਣਾ ਕੇ 2-3 ਵਾਰ ਹੌਲੀ-ਹੌਲੀ ਥਪਕਾਇਆ। ਅੱਜ ਗੋਰੇ ਨੇ ਮਨ ਵਿੱਚ ਕੁੱਟਦਿਆਂ ਨੀਵੀਂ ਪਾ ਲਈ। ਸਾਰਜੈਂਟ ਉਂਝ ਵੀ ਸਾਰਿਆਂ ਨਾਲੋਂ ਤਕੜਾ ਸੀ। ਇੱਧਰ ਝਾਕੀਓ ਗੋਰਿਆ, ਤੇ ਉਸ ਆਪਣੀ ਢੂਹੀ ਤੇ ਮੁੱਕੀ ਜਿਹੀ ਮਾਰ ਕੇ ਵੱਛਰੂ ਵਾਂਗ ਛਾਲ ਜਿਹੀ ਮਾਰੀ। ਢੂਹੀ ਨੂੰ ਪੱਤੀਆਂ ਲਵਾ ਕੇ ਆਉਣਾ ਸੀ ਓਏ ਤੂੰ, ਜਾ ਓਏ। ਤੇ ਉਹਦੇ ਮਗਰੇ ਸਾਰੇ ਨਿਆਣਿਆਂ ਨੇ ਇਹ ਗੱਲ ਸੇੜੀਆਂ ਦੇ ਰਾਗ ਵਾਂਗ ਗਾਈ। ਗੋਰਾ ਉਹਨਾਂ ਨੂੰ ਕੱਚਿਆਂ ਖਾ ਜਾਣਾ ਚਾਹੁੰਦਾ ਸੀ, ਪਰ ਲਾਗੇ ਫਿਰ ਰਹੇ ਮਾਸਟਰ ਦਾ ਡਰ ਉਹਦੀ ਜਾਨ ਸੁਕਾ ਰਿਹਾ ਸੀ। ਗੋਰੇ ਨੂੰ ਨਾ ਬੋਲਦਾ ਵੇਖ ਕੇ ਉਹਨਾਂ ਦੀਆਂ ਚੜ੍ਹ ਮੱਚੀਆਂ ਸਨ। ਉਹਨਾਂ ਸਾਰਿਆਂ ਨੇ ਢੂਹੀ ਨੂੰ ਪੱਤੀਆਂ ਲਵਾਉਣ ਵਾਲੀ ਗੱਲ ਨੂੰ ਵਾਰ-ਵਾਰ ਦੁਹਰਾਇਆ। ਸ਼ੌਕੀਨ ਮਾਸਟਰ ਨੇ ਦਬਕਾ ਮਾਰਿਆ, ਓਏ ਸੂਰ ਦਿਓ ਹੱਡੋ, ਇੱਥੇ ਆ ਕੇ ਪਵਾਵਾਂ ਰੌਲਾ। ਤੇ ਉਹ ਸਾਰੇ ਕੁੱਕੜੀ ਦੇ ਬੱਚਿਆਂ ਵਾਂਗ ਇੱਧਰ ਉੱਧਰ ਛਹਿ ਗਏ, ਐਵੇਂ ਘਾਹ ਉੱਤੇ ਹੱਥ ਜਿਹੇ ਮਾਰਨ ਲੱਗ ਪਏ। ਗੋਰਾ ਉਹਨਾਂ ਵੱਲ ਵੇਖ ਕੇ ਗੁੱਜਾ ਹੱਸਿਆ, ਪਰ ਸਾਰਜੈਂਟ ਅਜੇ ਵੀ ਮੇਮਣੇ ਵਾਂਗ ਮੱਛਰ ਰਿਹਾ ਸੀ। ਕਦੇ ਉਹ ਗੋਰੇ ਵੱਲ ਅੱਖ ਮਟਕਾਉਂਦਾ ਤੇ ਕਦੇ ਦੂਜਿਆਂ ਨਿਆਣਿਆਂ ਨੂੰ ਮੱਧਮ ਆਵਾਜ਼ ਮਾਰ ਕੇ ਤਿੜ-ਤਿੜ ਕਰਦਾ। ਮਾਸਟਰ ਨੇ ਫੇਰ ਦਬਕਾ ਮਾਰਿਆ, ਓਏ ਸਾਰਜੈਂਟ ਦਿਆ ਪੁੱਤਰਾ, ਤੈਨੂੰ ਕੀ ਬਿਮਾਰੀ ਐ? ਸਾਰਜੈਂਟ ਥਾਂ ਸਹਿ ਗਿਆ, ਪਰ ਨਿੱਕੀ ਆਵਾਜ਼ ਵਿੱਚ ਟਾਹ-ਟਾਹ ਕਰਨੋਂ ਨਹੀਂ ਟਲਿਆ। ਹੁਣ ਗੋਰਾ ਵੀ ਬਾਗੋ ਬਾਗ ਸੀ। ਮਾਸਟਰ ਨਿਤਨਾ ਮੂਜਬ ਚਾਹ ਪੀਣ ਲੱਗ ਪਏ ਸਨ। ਜਮਾਤਾਂ ਤੇ ਜਾਣ ਤੋਂ ਪਹਿਲਾਂ ਘੰਟਾ ਪੌਣਾ ਘੰਟਾ ਗੱਪਾਂ ਮਾਰਦੇ। ਬੱਚੇ ਅਜੇ ਕਲਾਸਾਂ ਵਿੱਚ ਨਹੀਂ ਗਏ ਸਨ। ਸਾਰਜੈਂਟ ਦੀ ਟੋਲੀ ਨੇ ਗੋਰੇ ਨੂੰ ਫੇਰ ਸਤਾਉਣਾ ਸ਼ੁਰੂ ਕਰ ਦਿੱਤਾ। ਉਹ ਕਦੇ ਉਸ ਵੱਲ ਚਟਕਾਰੀ ਜਿਹੀ ਮਾਰਦੇ, ਕਦੇ ਆਖਦੇ ਸਰਦਾਰ ਸਾਹਿਬ ਨੂੰ ਬਿੰਦਕੂ ਨੂੰ ਤੱਤਾ ਕੜਾਹ ਮਿਲੂਗਾ। ਆਪਾਂ ਨੂੰ ਬਈ ਕੋਈ ਕੜਾਹ ਦਿੰਦਾ ਹੀ ਨਹੀਂ, ਆਪਣੀ ਕਿਸਮਤ ਬਾਹਲੀ ਮਾੜੀ ਹੈ। ਸਾਧੂ ਦੇ ਵੱਡੇ ਮੁੰਡੇ ਨੇ ਲਿੱਸਾ ਜਿਹਾ ਮੂੰਹ ਬਣਾ ਕੇ ਆਖਿਆ। ਗੋਰਾ ਚੁੱਪਚਾਪ ਤੁਰਿਆ ਜਾਂਦਾ ਵੀ ਮੂੰਹ ਵਿੱਚ ਉਹਨਾਂ ਨੂੰ ਮਾਵਾਂ ਭੈਣਾਂ ਦੀਆਂ ਗਾਲਾਂ ਦੇਈ ਜਾ ਰਿਹਾ ਸੀ। ਉਹਦੇ ਬੁੱਲ ਹਿਲਦੇ ਦੇਖ ਕੇ ਸਾਰਜੈਂਟ ਨੇ ਉਹਦੇ ਵੱਲ ਹੂਰਾ ਉਗਰ ਕੇ ਆਖਿਆ, ਗਾਲਾਂ ਕਿਹਨੂੰ ਕੱਢਦਾ ਓਏ? ਮੈਂ ਤੈਨੂੰ ਕੱਢਦਾ। ਗੋਰਾ ਥੋੜਾ ਡਰ ਗਿਆ, ਜਿਹੜਾ ਮੈਨੂੰ ਛੇੜੂਗਾ ਮੈਂ ਤਾਂ ਕੱਢੂਗਾ ਉਹਨੂੰ। ਕੱਢ ਫੇਰ ਬਣਾਈਏ ਤੇਰੀ ਬੂੰਦੀ, ਤੂੰ ਵੀ ਕਹਿ ਫੇਰ ਮੈਨੂੰ ਕੁਛ। ਮੈਂ ਤਾਂ ਕਹੂੰਗਾ ਅਸੀਂ ਤੇਰਾ ਨਾਂ ਲੈ ਕੇ ਕਹਿੰਨੇ ਆ। ਸਾਲਾ ਚਿੱਬੜ ਜਿਹਾ, ਗਾਲ ਜੀ ਨਾ ਕੱਢ ਨਾ ਗਾਲ ਤੈਨੂੰ ਵੱਡੇ ਭੀਮ ਨੂੰ। ਅਸੀਂ ਤਾਂ ਆਖਾਂਗੇ ਇੱਕ ਮੁੰਡੇ ਦੇ ਅੱਜ ਠੁੱਕਣਗੀਆਂ, ਹੈ ਕੋ ਨਾ ਬਈ? ਸਾਰੇ ਮੁੰਡੇ ਉਹਦੇ ਮਗਰ ਰੌਲਾ ਜਿਹਾ ਪਾਉਣ ਲੱਗ ਪਏ, ਸੇੜੀਆਂ ਵਾਂਗ ਇਸੇ ਗੱਲ ਨੂੰ ਦੁਹਰਾਉਣ ਲੱਗ ਪਏ। ਗੋਰੇ ਦਾ ਚਿਹਰਾ ਲਾਲ ਸੁਰਖ ਹੋ ਗਿਆ। ਉਹ ਸਾਰਜੈਂਟ ਤੋਂ ਡਰਦਾ ਵੀ ਸੀ, ਪਰ ਉਹਦੀ ਸ਼ਹਿ ਤੇ ਮੱਕੀ ਦੇ ਦਾਣੇ ਵਾਂਗ ਬੁੜਕਦੇ ਮਿਲਟੂ ਸਾਧੂ ਦਾ ਮੀਤਾ ਚੋਚਾ ਤੇ ਥੰਮਣ ਦੇ ਪੋਤੇ ਝੱਲੇ ਨਹੀਂ ਗਏ। ਜਦੋਂ ਉਹ ਉਹਨੂੰ ਸਤਾਉਣੋਂ ਹਟੇ ਹੀ ਨਾ ਤਾਂ ਗੋਰਾ ਕਚੀਚੀ ਵੱਟ ਕੇ ਮੈਂਟੂ ਨੂੰ ਚਿੰਬੜ ਗਿਆ। ਮੈਂਟੂ ਨੇ ਬਾਹਾਂ ਡਾਹ ਕੇ ਆਪਣਾ ਬਚਾਅ ਕਰਨਾ ਚਾਹਿਆ। ਗੋਰਾ ਉਹਦੇ ਮੂੰਹ ਉੱਤੇ ਇੱਕ ਘਰੂਟ ਮਾਰ ਗਿਆ ਸੀ। ਜੇਬ 'ਚ ਹੱਥ ਪਾ ਕੇ ਗਾਜਰ ਵਾਂਗ ਝੱਗੇ ਨਾਲੋਂ ਜੇਬ ਲਾਹ ਮਾਰੀ। ਇਸ ਦੌਰਾਨ ਸਾਰਜੈਂਟ ਮੈਂਟੂ ਦੀ ਮਦਦ ਕਰਨੀ ਚਾਹੁੰਦਾ ਸੀ, ਪਰ ਉਹ ਮਾਸਟਰਾਂ ਤੋਂ ਡਰਦਾ ਪਰੇ ਦੁਬਕਿਆ ਰਿਹਾ। ਬਾਕੀ ਬੱਚਿਆਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ, ਮਾਸਟਰ ਆਉਂਦਾ ਹੈ। ਤੇ ਮਾਸਟਰ ਸੱਚੀ ਵੱਡੀ ਮੇਜ਼ ਕੋਲੋਂ ਰਜਿਸਟਰ ਚੁੱਕ ਕੇ ਉੱਠ ਖਲੋਤੇ ਸਨ। ਕੋਨੇ ਮਾਸਟਰ ਨੇ ਆਪਣੀ ਜਮਾਤ ਵਿੱਚ ਤੂਫਾਨ ਆਇਆ ਦੇਖ ਲਿਆ ਸੀ। ਉਹਨੂੰ ਆਉਂਦਿਆਂ ਦੇਖ ਬੱਚੇ ਤਿੱਤਰੀ ਦੇ ਬੱਚਿਆਂ ਵਾਂਗ ਥਾਂ ਥਾਈਂ ਛਹਿ ਗਏ। ਮਨੀਟਰ ਮੁੰਡੇ ਪਰੇ ਪਈ ਕੁੱਡਵੀਂ ਜਿਹੀ ਕੁਰਸੀ ਚੁੱਕ ਕੇ ਜਮਾਤ ਦੇ ਮੂਹਰੇ ਲੋਟ ਕਰਕੇ ਰੱਖੀ। ਮਾਸਟਰ ਹੌਲੀ-ਹੌਲੀ ਚੀਤੇ ਵਾਂਗ ਪੈਰ ਧਰਦਾ ਕੁਰਸੀ ਕੋਲ ਆਇਆ। ਕੁਰਸੀ ਵਿੱਚ ਬਹਿੰਦਿਆਂ ਉਸ ਡਕਾਰ ਲਿਆ ਤੇ ਫੇਰ ਦੋਹਾਂ ਹੱਥਾਂ 'ਚ ਰਜਿਸਟਰ ਸੂਤ ਕਰਕੇ ਆਪਣੇ ਪੱਟਾਂ ਉੱਪਰ ਰੱਖ ਲਿਆ। ਬਿੰਦ ਕੋ ਚੁੱਪ ਤਣੀ ਰਹੀ। ਫੇਰ ਮਾਸਟਰ ਨੇ ਹੀ ਇੱਕ ਹੋਰ ਡਕਾਰ ਮਾਰਿਆ, ਕਰੜੀ ਆਵਾਜ਼ 'ਚ ਹੂੰ ਕਿਹਾ ਤੇ ਨਾਲ ਹੀ 2-3 ਵਾਰ ਸਿਰ ਮਾਰਿਆ। ਆਪਣਾ ਰੋਬ ਛਾਂਟਦਿਆਂ ਉਸ ਮੈਂਟੂ ਤੇ ਗੋਰੇ ਖੜੇ ਕਰ ਲਏ ਤੇ ਬਾਕੀ ਜਮਾਤ ਸਾਊ ਬਣੀ ਬੈਠੀ ਸੀ। ਗੋਰਾ ਤਾਂ ਭੂਸਰਿਆ ਖਲੋਤਾ ਸੀ ਤੇ ਮੈਂਟੂ ਪਾਟੇ ਕਮੀਜ਼ ਦੇ ਇੱਕ ਪਾਸੇ ਜਾਂਦੇ ਮੂਰਲੇ ਪੱਲੇ ਨੂੰ ਬਿੰਦੇ ਝੱਟੇ ਸੂਤ ਕਰ ਰਿਹਾ ਸੀ, ਪਰ ਉਹ ਉਸੇ ਥਾਂ ਆ ਜਾਂਦਾ ਸੀ। ਇੱਕ ਵਾਰੀ ਪੈਰ ਉਹਨਾਂ ਦੋਹਾਂ ਦੇ ਵਿਚਾਲੇ ਖੜੇ ਮਾਸਟਰ ਨੇ ਨਾਸਾਂ ਫੁਕਾਰੀਆਂ। ਮੈਂਟੂ ਤਰਪਕਿਆ। ਉਹ ਛੇਤੀ ਦੇ ਕੇ ਆਪਣੀ ਵੱਖੀ ਤੋਂ ਕਮੀਜ਼ ਨੂੰ ਲੋਟ ਕਰਨਾ ਚਾਹਿਆ। ਤੇਰਾ ਝੱਗਾ ਕਿਵੇਂ ਪਾਟ ਗਿਆ ਓਏ? ਮੈਂਟੂ ਕਣਖਾ ਜਿਹਾ ਝਾਕ ਕੇ ਚੁੱਪ ਰਿਹਾ। ਹੈਂ? ਮਾਸਟਰ ਨੇ ਢੋਲ ਵਾਂਗ ਸਿਰ ਮਾਰਿਆ। ਮੈਂਟੂ ਤਰਪ ਕੇ ਰਤਾ ਕੋ ਪਿੱਛੇ ਹਟ ਗਿਆ। ਇਹਨੇ ਜੀ ਮੇਰਾ ਝੱਗਾ ਪਾੜਤਾ। ਤੂੰ ਇਹਨੂੰ ਛੇੜਿਆ ਹੋਊ। ਨਹੀਂ ਜੀ, ਦੂਜੇ ਸਾਰੇ ਆਂਦੇ ਸੀ, ਮੈਂ ਕੱਲਾ ਤਾਂ ਨਹੀਂ ਸੀ ਜੀ। ਕੀ ਕਹਿੰਦੇ ਸੀ ਤੁਸੀਂ ਇਹਨੂੰ? ਮੈਂਟੂ ਨੇ ਬੁੱਲ ਭੜੀਚ ਲਏ। ਕੀ ਕਹਿੰਦਾ? ਮਾਸਟਰ ਉਹਦੇ ਹੋਰ ਨੇੜੇ ਹੋ ਗਿਆ। ਮੁੰਡਾ ਡਰ ਕੇ 2 ਕਦਮ ਹੋਰ ਪਿੱਛੇ ਹੋ ਗਿਆ। ਜਦੋਂ ਮਾਸਟਰ ਨੇ ਫੇਰ ਹੈਂ ਦੀ ਆਵਾਜ਼ ਕੱਢੀ, ਮੁੰਡੇ ਦਾ ਅੰਦਰ ਕੰਬ ਗਿਆ। ਅਧਿਆਪਕ ਦੇ ਮਨ ਵਿੱਚ ਆਇਆ ਉਹ ਮੈਂਟੂ ਦੀਆਂ ਗੱਲਾਂ ਤੇ 2 ਧਰ ਦੇਵੇ, ਪਰ ਉਹਦਾ ਵਿਚਾਰਾ ਜਿਹਾ ਮੂੰਹ ਵੇਖ ਕੇ ਮਨ ਵਿੱਚ ਇਹ ਖਿਆਲ ਉੱਭਰਦਾ ਮੱਠਾ ਪੈ ਗਿਆ। ਦੂਜੇ ਪਾਸੇ ਜਦੋਂ ਧੌਣ ਪੁਆ ਕੇ ਗੋਰੇ ਵੱਲ ਵੇਖਿਆ ਤਾਂ ਕਿਸੇ ਸਰਦਾਰ ਵਾਂਗ ਆਕੜਿਆ ਕੁਰਖਤ ਜਿਹਾ ਝਾਕ ਰਿਹਾ ਸੀ। ਮਾਸਟਰ ਨੂੰ ਆਪਣੇ ਆਪ ਉੱਤੇ ਹੀਣਤਾ ਮਹਿਸੂਸ ਹੋਈ। ਇਹ ਕੱਲ ਦਾ ਸ਼ੋਰ ਉਸ ਦੇ ਮੂਹਰੇ ਆਕੜਿਆ ਖੜਾ। ਪਲ ਝੱਟ ਅਧਿਆਪਕ ਗੋਰੇ ਵੱਲ ਢਾਕਾਂ ਤੇ ਹੱਥ ਰੱਖੀ ਵੇਂਦਾ ਰਿਹਾ। ਗੋਰਾ ਬਿਨਾਂ ਕਿਸੇ ਡਰ ਡੁੱਕਰ ਤੋਂ ਸੱਜੇ ਪੈਰ ਦੇ ਅੰਗੂਠੇ ਨਾਲ ਗੋਲ ਘੇਰੇ ਵਾਹ ਰਿਹਾ ਸੀ। ਤੂੰ ਇਹਦਾ ਝੱਗਾ ਕਿਉਂ ਪਾੜਿਆ ਓਏ?
ਗੋਰੇ ਨੇ ਇੱਕਦਮ ਅਧਿਆਪਕ ਵੱਲ ਦੇਖਿਆ। ਵੇਖਦਾ ਕਿਵੇਂ ਐ? ਸਾਡੇ ਤੇ ਡੀਓ ਲੱਗਾ ਏ? ਇਹ ਮੈਨੂੰ ਗਾਲਾਂ ਕੱਢਦਾ ਸੀ ਜੀ, ਨਾਲੇ ਸਾਂਗਾ ਲਾਉਂਦਾ ਸੀ। ਅੱਛਾ, ਸਾਰੇ ਸਕੂਲ 'ਚੋਂ ਤੈਨੂੰ ਹੀ ਗਾਲਾਂ ਦਿੰਦਾ ਸੀ? ਤੂੰ ਕੋਈ ਛੇੜਖਾਨੀ ਕੀਤੀ ਹੋਣੀ ਐ? ਮੈਂ ਇਹਨੂੰ ਪਹਿਲਾਂ ਛੇੜਿਆ ਹੀ ਨਹੀਂ ਜੀ। ਤੇ ਝੱਗਾ ਤੂੰ ਉਹਦਾ ਸ਼ੌਂਕ ਵਜੋਂ ਹੀ ਪਾੜ ਦਿੱਤਾ। ਐਤਕੀ ਗੋਰੇ ਨੇ ਉੱਤਰ ਨਹੀਂ ਦਿੱਤਾ। ਪਹਿਲਾਂ ਤਾਂ ਅਧਿਆਪਕ ਨੂੰ ਬੜਾ ਗੁੱਸਾ ਆਇਆ ਉਹਦੀ ਇਹ ਆਕੜ ਦੇਖ ਕੇ, ਪਰ ਇਹ ਸੋਚ ਕੇ ਮਨ ਠੰਡਾ ਹੋ ਗਿਆ ਅਜਿਹੇ ਢੀਠ ਬੱਚੇ ਨੂੰ ਕੁੱਟ ਕੇ ਕਿਹੜਾ ਉਹ ਸੁਧਾਰ ਲਵੇਗਾ। ਚੰਗਾ, ਫਿਰ ਜਾ ਕੇ ਆਪਣੇ ਬਾਪੂ ਨੂੰ ਸੱਦ ਲਿਆ, ਤੇਰਾ ਵੀ ਅੱਜ ਕੋਈ ਫੈਸਲਾ ਕਰੀਏ। ਪਹਿਲਾਂ ਤਾਂ ਗੋਰਾ ਚੁੱਪ ਖਲੋਤਾ ਰਿਹਾ, ਪਰ ਜਦੋਂ ਅਧਿਆਪਕ ਨੇ ਦਬਕਾ ਮਾਰਿਆ ਤਾਂ ਉਹ ਟੇਢਾ ਜਿਹਾ ਕੰਨ ਕਰੀ ਤੁਰ ਪਿਆ। ਮਗਰੋਂ ਮਾਸਟਰ ਨੇ ਕੁਝ ਘਰੋੜ ਕੇ ਆਖਿਆ ਜਿਹੜਾ ਸੁਣਿਆ ਨਹੀਂ, ਪਰ ਮਹਿਸੂਸ ਜ਼ਰੂਰ ਹੋਇਆ। ਗੱਲ ਕੋਈ ਵੱਢਵੀਂ ਹੀ ਆਖੀ ਸੀ। ਸਕੂਲ ਦਾ ਗੇਟ ਲੰਘਦਿਆਂ ਹੀ ਉਰਲੀ ਰੋਡ ਵਿੱਚ ਗੋਰੇ ਨੂੰ ਮਾਲ ਡੰਗਰ ਚਾਰਨ ਵਾਲੇ ਮੁੰਡੇ ਗੁੱਲੀ ਡੰਡਾ ਖੇਡਦੇ ਦਿਸੇ। ਗੋਰਾ ਬਾਪੂ ਨੂੰ ਸੱਦ ਕੇ ਲਿਆਉਣਾ ਨਹੀਂ ਚਾਹੁੰਦਾ ਸੀ, ਕਿਉਂਕਿ ਇਸ ਦੇ ਨਾਲ ਉਸ ਨੂੰ ਆਪਣੇ ਹੀ ਹੱਡ ਟੁੱਟਣ ਦਾ ਡਰ ਸੀ। ਮੁੰਡੇ ਦੋ ਟੋਲੀਆਂ ਬਣਾ ਕੇ ਢਾਣੇ ਲੈਣ ਖੇਡ ਰਹੇ ਸਨ। ਗੋਰਾ ਢਾਕਾਂ ਤੇ ਹੱਥ ਰੱਖੀ ਉਹਨਾਂ ਵੱਲ ਵੇਂਦਾ ਰਿਹਾ। ਫੇਰ ਅਣੀ ਪੁੱਟ ਕੇ ਪੁੱਛ ਹੀ ਲਿਆ, ਕਿਵੇਂ ਖੇਡਦੇ ਹੋ? ਘੋੜੀ ਬਣਾਉਣ। ਰਾਵ ਦੇ ਰਹੇ ਤਵੀਤੀਆਂ ਵਾਲੇ ਮੁੰਡੇ ਨੇ ਉਹਦੇ ਵੱਲ ਗੁੱਜਾ ਮੁਸਕਰਾ ਕੇ ਆਖਿਆ। ਜਦੋਂ ਜ਼ੋਰ ਲਾ ਕੇ ਹੈਂ ਦੀ ਆਵਾਜ਼ ਕੱਢਦਿਆਂ ਗੁੱਲੀ ਦੂਰ ਵਗਾਈ ਤਾਂ ਡੰਡਾ ਸਿਰੋਂ ਉਤਾਂਹ ਚੁੱਕੀ ਉਸਨੇ ਗੋਰੇ ਵੱਲ ਅੱਖ ਮਟਕਾ ਕੇ ਮੁਸ਼ਕਣੀ ਹੀ ਹਾਸੀ ਨਾਲ ਪੁੱਛਿਆ, ਕਿਉਂ ਖੇਡਣ ਨੂੰ ਚਿੱਤ ਮੰਨਦਾ? ਗੋਰੇ ਨੇ ਅੱਖਾਂ 'ਚ ਮੁਸਕਰਾਉਂਦਿਆਂ ਸਿਰ ਹਿਲਾ ਕੇ ਹੁੰਗਾਰਾ ਭਰਿਆ। ਅਚਾਨਕ ਉਹਦਾ ਧਿਆਨ ਸਕੂਲ ਵੱਲ ਚਲਾ ਗਿਆ। ਪੈਂਦੇ ਮੱਧਮ ਰੌਲੇ ਨਾਲ ਰਤਾ ਕੋ ਮਨ ਧੰਦਕਿਆ। ਫੇਰ ਚੇਤਾ ਵਿਸਰ ਗਿਆ। ਵੇਖ ਲਾ ਜੇ ਭਾਰ ਚੱਲੇਗਾ, ਕਹਿ ਕੇ ਉਹ ਸਾਰੇ ਵਾਹਵਾ ਪਠੀਰ ਜਿਹੇ ਮੁੰਡੇ ਉੱਚੀ ਉੱਚੀ ਹੱਸ ਪਏ। ਭਾਰ ਚੱਲਣ ਨੂੰ ਕੀ ਹੈ? ਗੋਰੇ ਦਾ ਮਤਲਬ ਘੋੜੀ ਬਣਨ ਤੋਂ ਸੀ। ਵੇਖ ਲੈ ਜੇ ਨਹੀਂ ਯਮਕਦਾ ਤਾਂ। ਤਵੀਤੀਆਂ ਵਾਲੇ ਪਠੀਰ ਮੁੰਡੇ ਨੇ ਫੇਰ ਆਖਿਆ, ਜਿਹਦੇ ਚਾਦਰਾ ਬੰਨਿਆ ਹੋਇਆ ਸੀ। ਉਹਦੀਆਂ ਅੱਖਾਂ ਬਾਹਰਲੀ ਖੇਤਾਂ ਵਰਗੀ ਕੋਈ ਝੇੜ ਕਰ ਗਈਆਂ ਸਨ। ਬਿਜਲੀ ਦੇ ਕਰੰਟ ਵਾਂਗ ਤਵੀਤੀਆਂ ਵਾਲੇ ਦੇ ਚਿਹਰੇ ਉੱਤੇ ਇੱਕ ਉਮਾਹ ਜਿਹਾ ਚੜ ਗਿਆ। ਉਹਨੇ ਇੱਕ ਹੋਰ ਮੁੰਡੇ ਨਾਲ ਗੱਲ ਕੀਤੀ। ਕੁਝ ਚਿਰ ਗੁੱਲੀ ਡੰਡਾ ਖੇਡ ਕੇ ਉਹਨਾਂ ਦਾਈਏ ਦੁੱਕੜੇ ਖੇਡਣਾ ਸ਼ੁਰੂ ਕਰ ਦਿੱਤਾ। ਗੋਰਾ ਵੀ ਖੁਸ਼ ਸੀ, ਕਿਉਂਕਿ ਉਹ ਸਕੂਲ ਦੀ ਝਿੜਕ ਝੰਬੋਂ ਬਚ ਰਹੇਗਾ। ਇੱਕ ਮੁੰਡੇ ਦੀਆਂ ਅੱਖਾਂ ਬੰਨ੍ਹ ਕੇ ਉਹ ਇੱਧਰ ਉੱਧਰ ਲੁਕਣ ਭੱਜੇ। ਤਵੀਤੀਆਂ ਵਾਲੇ ਮੁੰਡੇ ਨੇ ਗੋਰੇ ਦੀ ਬਾਂਹ ਫੜੀ ਤੇ ਇਹ ਕਹਿੰਦਿਆਂ ਉਹਨੂੰ ਘਸੀਟ ਤੁਰਿਆ, ਆ ਜਾ ਆਪਾਂ ਉੱਥੇ ਲੁਕੀਏ। ਸਾਹਮਣੇ ਦਿਸ ਰਹੇ ਘਰ ਦੇ ਉੱਤੋਂ ਦੀ ਹੋ ਕੇ ਉਹਨੂੰ ਉੱਥੇ ਲੈ ਕੇ ਵੜ ਗਿਆ। ਗੋਰੇ ਨੂੰ ਤੂੜੀ ਵਾਲੇ ਵਿੱਚ ਵੜਨ ਲਈ ਕਹਿ ਕੇ ਆਪ ਉਹ ਪਰੇ ਲੁਕ ਗਿਆ। ਤੂੜੀ ਵਾਲੇ ਕਮਰੇ ਵਿੱਚ ਇੱਕ ਮੰਜੇ ਉੱਤੇ ਮੈਲਾ ਜਿਹਾ ਬਿਸਤਰਾ ਪਿਆ ਸੀ। ਉਹੀ ਮੁੰਡਾ ਜਿਹੜਾ ਤਵੀਤੀਆਂ ਵਾਲੇ ਮੁੰਡੇ ਦੀ ਉਮਰ ਦਾ ਸੀ ਤੇ ਇੱਕ ਹੋਰ ਉਹੋ ਜਿਹਾ ਹੀ ਉੱਥੇ ਆ ਗਏ। ਗੋਰਾ ਉਹਨਾਂ ਕੋਲ ਆ ਕੇ ਬੋਲਿਆ, ਐਂ ਕਿਤੇ ਉਹ ਆਪਾਂ ਨੂੰ ਭਾਲ ਨਾ ਲਵੇ। ਐਂ ਕਿਵੇਂ ਭਾਲ ਲੂ ਯਾਰ, ਤੂੰ ਬੈਠ ਤਾਂ ਜਾ। ਤਵੀਤੀਆਂ ਵਾਲੇ ਮੁੰਡੇ ਨੇ ਉਹਨੂੰ ਬਾਂਹ ਫੜ ਕੇ ਆਪਣੇ ਕੋਲ ਬਿਠਾ ਲਿਆ ਤੇ ਫੇਰ ਮੱਲੋ ਮੱਲੀ ਜੱਫੀ ਪਾ ਕੇ ਉਹਨੂੰ ਮੰਜੀ ਉੱਤੇ ਪਾ ਦਿੱਤਾ। ਫਿਰ ਨੀਵਾਂ ਹੋ ਕੇ ਉਹਦਾ ਮੂੰਹ ਚੁੰਮ ਲਿਆ। ਗੋਰਾ ਝੰਗਿਆੜੇ ਵਾਂਗ ਬੁੜਕਿਆ, ਪਰ ਦੂਜੇ ਮੁੰਡੇ ਨੇ ਉਸ ਨੂੰ ਦੱਬ ਲਿਆ। ਇੱਕ ਨੇ ਉਹਦੇ ਮੂੰਹ ਵਿੱਚ ਪੱਗ ਦੇ ਦਿੱਤੀ। ਉਹ ਬਥੇਰੀਆਂ ਲੱਤਾਂ ਬਾਹਾਂ ਮਾਰੀਆਂ। ਉਹ ਰੋਇਆ ਵੀ, ਪਰ ਆਵਾਜ਼ ਤੋਂ ਸੱਖਣਾ। ਤਵੀਤੀਆਂ ਵਾਲੇ ਮੁੰਡੇ ਦੇ ਇੱਕ ਦੋ ਘਰੂਟ ਵੀ ਮਾਰੇ। ਤੇ ਫੇਰ ਜਦੋਂ ਗੋਰਾ ਘਰ ਨੂੰ ਜਾ ਰਿਹਾ ਸੀ, ਉਹਨੂੰ ਆਪਣਾ ਸਾਰਾ ਸਰੀਰ ਨਿਢਾਲ ਜਿਹਾ ਜਾਪ ਰਿਹਾ ਸੀ। ਗੁਰਦੁਆਰੇ ਤੱਕ ਉਹ ਉਹਨਾਂ ਨੂੰ ਗਾਲਾਂ ਕੱਢਦਾ ਆਇਆ। ਗੁਰਦੁਆਰੇ ਵਾਲੀ ਖੂਹੀ ਤੋਂ ਉਹ ਪਾਣੀ ਪੀਤਾ। ਫੇਰ ਬੋੜ ਹੇਠਾਂ ਤਾਸ਼ ਵਾਲਿਆਂ ਕੋਲ ਜਾ ਕੇ ਬਹਿ ਗਿਆ ਤੇ ਇਉਂ ਨਿਗਾਹ ਟਿਕਾਈ ਪੱਤਿਆਂ ਵੱਲ ਵੇਖ ਰਿਹਾ ਸੀ ਜਿਵੇਂ ਉਹ ਖੁਦ ਚੰਗਾ ਖਿਡਾਰੀ ਹੋਵੇ। ਜਦੋਂ ਭੁੱਖ ਮਹਿਸੂਸ ਹੋਈ ਤਾਂ ਬੇਦਲੀ ਜਿਹੀ ਨਾਲ ਰੇਤ ਵਿੱਚ ਪੈਰ ਮਾਰਦਾ ਘਰ ਨੂੰ ਤੁਰ ਪਿਆ। ਸਕੂਲੀਏ ਮੁੰਡੇ ਕਦੋਂ ਦੇ ਰੋਟੀ ਖਾ ਕੇ ਮੁੜ ਗਏ ਸਨ। ਰਾਹ ਵਿੱਚ ਕਈ ਥਾਈਂ ਐਵੇਂ ਹੀ ਖੜੋ ਗਿਆ। ਘਰ ਆਏ ਨੂੰ ਮਹਿੰਦਰੋ ਨੇ ਪੁੱਛਿਆ, ਵੇ ਕੀ ਗੱਲ, ਤੂੰ ਢਿੱਲਾ ਜਿਹਾ ਤੁਰਿਆ ਆਉਣਾ? ਜਵਾਕ ਤਾਂ ਕਿਹੜੇ ਵੇਲੇ ਦੇ ਰੋਟੀ ਖਾ ਕੇ ਗਏ ਐ? ਉਹੀ ਆਖਦਾ ਗੋਰਾ ਬਰਾਂਡੇ ਹੇਠ ਡਏ ਪਏ ਮੰਜੇ ਉੱਤੇ ਪੈ ਗਿਆ। ਮੇਰਾ ਸਿਰ ਦੁਖਦਾ ਬੀਬੀਏ। ਹੋਰ ਕੀ ਕਰਨਾ ਤੂੰ? ਸਿਰ ਹੀ ਦਿਖਾਉਣਾ ਨਾ, ਉਦੋਂ ਤਾਂ ਬਸ ਹੀ ਨਹੀਂ ਕਰਦੇ ਅਵਲਾ ਸਵਲਾ ਖਾਣੋਂ। ਪਰ ਗੋਰਾ ਅੱਖਾਂ ਮੀਚ ਕੇ ਸਰੀਰ ਢਿੱਲਾ ਜਿਹਾ ਛੱਡ ਕੇ ਪੈ ਗਿਆ, ਜਿਵੇਂ ਉਸ ਨੂੰ ਸੱਚੀ ਮੁੱਚੀ ਹੱਡ ਭੰਨਣੀ ਹੋ ਗਈ ਹੋਵੇ। ਮਹਿੰਦਰੋ ਉਹਨੂੰ ਕੁਝ ਨਾ ਕੁਝ ਪੁੱਛੀ ਜਾਂਦੀ ਸੀ, ਪਰ ਉਸਨੇ ਹੂੰ ਹਾਂ ਤੋਂ ਵੱਧ ਕੁਝ ਵੀ ਨਾ ਆਖਿਆ, ਇਸ ਡਰੋਂ ਕਿਤੇ ਉਹਦੀ ਸਕੂਲ ਵਾਲੀ ਗੱਲ ਨੰਗੀ ਨਾ ਹੋ ਜਾਵੇ। ਫੇਰ ਹੁਣ ਸਕੂਲ ਨਹੀਂ ਜਾਣਾ ਤੂੰ? ਸਿਰ ਤਾਂ ਦੁਖੀ ਜਾਂਦਾ, ਸਿਰ ਤਾਂ ਦੁਖੀ ਜਾਂਦਾ। ਮਹਿੰਦਰੋ ਨੇ ਉਹਦੀ ਸਾਂਗ ਲਾਉਂਦੇ ਆਖਿਆ, ਚੰਗਾ ਹੁਣ ਦੜੱਕਣ ਨਾ ਲੱਗ ਜੀ, ਲੀੜਾ ਲੈ ਕੇ ਪੈ ਜਾ, ਚਾਹ ਦਿੰਨੀ ਆ ਲੌਂਗ ਲੈਚੀਆਂ ਵਾਲੀ, ਨਾਲੇ ਮੁੜਕਾ ਲਿਆਉਣ ਵਾਲੀ ਗੋਲੀ। ਗੋਰਾ ਬਿਮਾਰਾਂ ਵਾਂਗ ਉੱਠ ਕੇ ਅੰਦਰ ਗਿਆ। ਅੰਦਰੋਂ ਡੱਬੀਆਂ ਵਾਲਾ ਖੇਸ ਲਿਆ ਕੇ ਫੇਰ ਲੰਮਾ ਪੈ ਗਿਆ। ਖੇਸ ਵਿੱਚ ਦੁਬਕਿਆ ਪਿਆ ਗੋਰਾ ਇਹ ਸੋਚ ਰਿਹਾ ਸੀ, ਕਿਤੇ ਸਕੂਲ ਵਾਲੀ ਗੱਲ ਨੰਗੀ ਨਾ ਹੋ ਜੇ। ਬਾਪੂ ਦੀ ਕੁੱਟ ਉਹਦੀ ਰੱਤ ਸਕਾਉਂਦੀ ਸੀ ਤੇ ਸਕੂਲ ਤਾਂ ਉਹਨੂੰ ਜ਼ਹਿਰ ਹੀ ਦਿਸਦਾ ਸੀ।
ਮਹਿੰਦਰੋਂ ਨੇ ਲੌਂਗ ਲੈਚੀਆਂ ਵਾਲੀ ਚਾਹ ਬਣਾ ਕੇ ਦਿੱਤੀ। ਉਹ ਬਿਮਾਰਾਂ ਵਾਂਗ ਨਿਢਾਲ ਜਿਹਾ ਹੋ ਕੇ ਹੌਲੀ ਹੌਲੀ ਗੋਲੀ ਲੈ ਲਈ। ਖੇਸ ਤਾਣ ਕੇ ਉਹ ਦੁਬਾਰਾ ਲੰਮਾ ਪੈ ਗਿਆ। ਬਿੰਦ ਝੱਟ ਤਾਂ ਪਿਆ ਰਿਹਾ, ਮੁੜ ਮਨ ਨੂੰ ਐਸੀ ਅਚਵੀ ਲੱਗੀ। ਉੱਠ ਕੇ ਉਸੇ ਤਰ੍ਹਾਂ ਬਿਮਾਰ ਜਿਹਾ ਵਾਂਗ ਹੀ ਵਰਾਂਡੇ ਦੇ ਅੰਦਰ ਬਾਹਰ ਹੋ ਕੇ ਬੈਠ ਗਿਆ। ਕਿਉਂ ਤੂੰ ਹੁਣ ਹੈ ਬਹਿ ਗਿਆ? ਉਈ ਪੈ ਜਾ ਮੰਜੇ ਤੇ ਹੀ। ਹੈ ਤਾ ਪੁੱਤਰੂ, ਪੈ ਜਾ ਖੇਸ ਲੈ ਕੇ, ਬਿੰਦ ਮੁੜਕਾ ਆ ਜੇ। ਪਲਕੋ ਗੋਰਾ ਚੁੱਪ ਚਪੀਤਾ ਬੈਠਾ ਰਿਹਾ। ਫਿਰ ਕੁਝ ਸੋਚ ਕੇ ਮੁੜ ਮੰਜੇ ਤੇ ਹੀ ਪੈ ਗਿਆ। ਉਸਦੇ ਮਨ ਵਿੱਚ ਇਹ ਡਰ ਵੱਧ ਰਿਹਾ ਸੀ, ਬਿੰਦ ਝੱਟ ਨੂੰ ਕੱਦੂ ਨੇ ਸਕੂਲੋਂ ਆ ਜਾਣਾ, ਫੇਰ ਭੇਤ ਖੁੱਲ ਜਾਣਾ। ਉਦੋਂ ਹੀ ਗਿੰਦਰ ਖੇਤੋਂ ਚਰੀ ਦੀ ਭਰੀ ਲੈ ਕੇ ਆ ਗਿਆ। ਉਹਨੇ ਗੋਰੇ ਬਾਰੇ ਪੁੱਛਿਆ, ਫਿਰ ਉਹਦੀ ਬਾਂਹ ਫੜ ਕੇ ਨਬਜ਼ ਵੇਖੀ। ਗੋਰੇ ਦਾ ਮੱਥਾ ਤਪਿਆ ਪਿਆ ਸੀ, ਨਬਜ਼ ਵੀ ਇੰਜਣ ਵਾਂਗ ਧੜਕੀ ਜਾਂਦੀ ਸੀ ਤੇ ਗੋਰੇ ਦਾ ਮੂੰਹ ਉਸ ਨੂੰ ਸੱਚੀ ਬਿਮਾਰਾਂ ਵਰਗਾ ਜਾਪਿਆ। ਸ਼ਾਮ ਨੂੰ ਕੱਦੂ ਆਪਣਾ ਬੋਰਾ ਤੇ ਝੋਲਾ ਪੱਟੀ ਲੈ ਕੇ ਆ ਗਿਆ, ਪਰ ਉਹ ਇੰਨੇ ਕੁ ਭਾਰ ਨਾਲ ਹੀ ਬੌਂਦਲਿਆ ਪਿਆ ਸੀ। ਨਿੱਕਰ ਉਹਦੀ ਢਿਲਕ ਕੇ ਗੋਡਿਆਂ ਤੱਕ ਆਈ ਹੋਈ ਸੀ। ਗੋਰੇ ਦਾ ਝੋਲਾ ਉਹਨੂੰ ਚੋਚੇ ਨੇ ਫੜਾਇਆ ਸੀ। ਬੀਬੀਏ, ਅੱਧ ਗੋਰਾ ਸਕੂਲੋਂ ਭੱਜ ਆਇਆ, ਨਾਲੇ ਮੈਲਟੂ ਦਾ ਝੱਗਾ ਪਾੜਤਾ। ਮਹਿੰਦਰੋਂ ਨੇ ਉਹਦੀ ਗੱਲ ਅਣਸੁਣੀ ਕਰ ਦਿੱਤੀ। ਉਹ ਕਲੇਸ਼ ਤੋਂ ਡਰਦੀ ਸੀ। ਆਉਂਦੀ ਸਵੇਰ ਨੂੰ ਗੋਰਾ ਸਕੂਲ ਨਾ ਜਾਣ ਦਾ ਬਹਾਨਾ ਭਾਲ ਰਿਹਾ ਸੀ। ਕੱਲ ਦਿਨ ਛਿਪਣ ਤੋਂ ਪਹਿਲਾਂ ਉਹ ਬਾਹਰ ਖੇਡਣ ਚਲਾ ਗਿਆ ਸੀ। ਸਕੂਲ ਜਾਣ ਤਾਂ ਉਸ ਨੂੰ ਅੱਕੋਂ ਕੌੜਾ ਲੱਗਦਾ ਸੀ। ਕੋਨੇ ਮਾਸਟਰ ਨੇ ਜਾਂਦੇ ਨੂੰ ਹੀ ਖੜਾ ਕਰ ਲੈਣਾ ਸੀ। ਬੀਬੀਏ, ਅੱਜ ਖੇਤ ਰੋਟੀ ਕੌਣ ਲੈ ਕੇ ਜਾਊ? ਮੈਂ ਲੈ ਕੇ ਜਾਊਂ, ਹੋਰ ਪਿੰਡਲ ਜਾਊ? ਤੇਰਾ ਤਾਂ ਕੰਮ ਨਹੀਂ ਮੁੱਕਣਾ ਉਦੋਂ ਤੱਕ। ਨਹੀਂ, ਮੈਂ ਫੜਾ ਆਉਣਾ। ਤੇ ਸਕੂਲ ਨਹੀਂ ਜਾਣਾ ਤੂੰ? ਮਹਿੰਦਰੋਂ ਉਹਦੇ ਵੱਲ ਤਣ ਕੇ ਝਾਕੀ। ਤੂੰ ਚੁੱਪ ਕਰਕੇ ਸਕੂਲ ਜਾ, ਤੇਰੀਆਂ ਚਤਰਾਈਆਂ ਮੈਂ ਭੁੱਲੀ ਨਹੀਂ। ਖੇਤੋਂ ਹੀ ਨਹੀਂ ਮੁੜਨਾ ਤੈਂ। ਦੁਪਹਿਰੇ ਆ ਕੇ ਆਖੇਂਗਾ ਹੁਣ ਐਡਾ ਦਿਨ ਆ ਗਿਆ, ਮੈਂ ਕਿਉਂ ਜਾਵਾਂ? ਗੱਲ ਗੋਰੇ ਦੇ ਲੋਟ ਨਾ ਆਈ। ਉਹ ਚਾਹੁੰਦਾ ਵੀ ਇਹੀ ਸੀ। ਹੁਣ ਗੋਰਾ ਬੁਸ-ਬੁਸ ਕਰਦਾ ਇੱਧਰ ਉੱਧਰ ਹੱਥ ਪੈਰ ਮਾਰ ਰਿਹਾ ਸੀ। ਜਦੋਂ ਮਹਿੰਦਰੋਂ ਨੇ ਕਰੜੀ ਆਵਾਜ਼ ਵਿੱਚ 2-3 ਝਿੜਕੀਆਂ ਦਿੱਤੀਆਂ, ਉਹਨੇ ਚੂੰ-ਚੂੰ ਕਰਦਿਆਂ ਗਲ 'ਚ ਟੁੱਟੀ ਤਣੀ ਵਾਲਾ ਝੋਲਾ ਪਾ ਲਿਆ। ਮਹਿੰਦਰੋਂ ਅਜੇ ਵੀ ਤੜਕੇ ਭਾਂਡੇ ਵਾਂਗ ਬੋਲੀ ਜਾਂਦੀ ਸੀ। ਸਾਰੀ ਦਿਹਾੜੀ ਖੇਡ ਦੀ ਉਹ ਅੱਗ ਲੱਗੀ ਰਹਿੰਦੀ ਹੈ। ਨਾ ਸਕੂਲ ਤੇਰਾ ਪਿਓ ਜਾਊ, ਕੱਲ ਢੂਹਾ ਨਹੀਂ ਟੁੱਟਿਆ ਨਾ। ਗੋਰਾ ਘਰੋਂ ਤਾਂ ਤੁਰ ਪਿਆ, ਪਰ ਕਿੰਨਾ ਚਿਰ ਥੰਮਣ ਕੀ ਕੰਧ ਉੱਤੇ ਪੱਕੀ ਡੀਟੀ ਨਾਲ ਲਕੀਰਾਂ ਵਾਹੁੰਦਾ ਰਿਹਾ। ਲੰਘਦੇ ਬੰਦਿਆਂ ਨੇ ਉਹਨੂੰ ਉੱਥੇ ਖਲੋਣ ਦੀ ਵਜ੍ਹਾ ਪੁੱਛੀ। ਉਸ ਸਭ ਨੂੰ ਹੱਸ ਕੇ ਨੀਵੀਂ ਪਾਉਂਦਿਆਂ ਉਹੀ ਕਿਹਾ, ਤੂੰ ਇੱਥੇ ਖੜਾ ਕੀ ਕਰਦਾ ਵੇ? ਥੰਮਣ ਦੀ ਛੋਟੀ ਕੁੜੀ ਨੇ ਬਾਹਰੋਂ ਗੋਹੇ ਦਾ ਟੋਕਰਾ ਸਿੱਟ ਕੇ ਆਉਂਦਿਆਂ ਤਮਕ ਕੇ ਪੁੱਛਿਆ। ਉਹੀ ਉਸਨੇ ਗੋਰੇ ਦੀ ਸਾਂਗ ਭਰਦਿਆਂ ਤੱਤੀ ਆਵਾਜ਼ 'ਚ ਆਖਿਆ, ਕੰਧ ਦੀ ਕਾਹਤੋਂ ਦਫਾ ਪੱਟਣ ਲੱਗਿਆ? ਪਰੇ ਹੋ ਜਾ ਇੱਥੋਂ। ਸਤੌਲ ਕਿਸੇ ਥਾਂ ਦੀ ਤੀਵੀਆਂ ਜੰਮ ਕੇ ਸਿੱਟ ਦਿੰਦੀਆਂ, ਸਾਂਭਣ ਵੇਰੀ ਚੇਤਾ ਵਿਸਰ ਜਾਂਦਾ। ਗੋਰਾ ਉਹਦੇ ਵੱਲ ਕੌੜ ਅੱਖ ਝਾਕਿਆ। ਉਹ ਉਸੇ ਤਰ੍ਹਾਂ ਬੋਲਦੀ ਅੰਦਰ ਵੜ ਗਈ। ਬੁੜ-ਬੁੜ ਕਰਦਾ ਤੇ ਬਿੰਦੇ ਝੱਟੇ ਥੰਮਣ ਕੇ ਘਰ ਵੱਲ ਵੇਂਦਾ ਘਰ ਮੁੜ ਆਇਆ। ਮਹਿੰਦਰੋਂ ਉਹਨੂੰ ਚਾਰੇ ਚੁੱਕ ਪੈ ਗਈ। ਮੇਰੇ ਕੋਲ ਬੁਗਤਾ ਹੈ ਨਹੀਂ। ਹਜੇ ਉਦਣ ਤਾਂ ਲਿਆ ਸੀ ਤੂੰ ਬੁਗਤਾ, ਨਾਲੇ ਸ਼ਾਹੀ। ਉਹ ਤਾਂ ਕੱਦੂ ਨੇ ਗਵਾਤਾ। ਬਿੰਦ ਕੋ ਉਹ ਦੁਲਾਨ ਦੀ ਕੰਧ ਨਾਲ ਰੁੱਸਿਆ ਖਲੋਤਾ ਰਿਹਾ। ਮਹਿੰਦਰੋਂ ਦੇ ਜੀਅ ਵਿੱਚ ਆਈ, ਅੱਜ ਇਹਨੂੰ ਇੱਕ ਵਾਰੀ ਭੰਨ ਹੀ ਲਵਾਂ। ਉੱਥੋਂ ਮਰ ਜਾ, ਲੈ ਜਾ ਮੁੱਠ ਦਾਣਿਆਂ ਦੀ। ਮੈਨੂੰ ਸਾਰਾ ਪਤਾ, ਬੁਗਤਾ ਕਾਹਨੂੰ ਲੈਣਾ ਤੂੰ? ਝੁਲਸਣ ਦੀ ਅੱਗ ਲੱਗੀ ਆ ਤੈਨੂੰ। ਦਿਖਾ ਕੇ ਲਿਜਾਈ, ਤੁਰ ਪੈਂਗਾ ਝੋਲੀ ਭਰ ਕੇ। ਜਦੋਂ ਉਸ ਝੱਗੇ ਦੇ ਮੂਹਰਲੇ ਪੱਲੜ ਵਿੱਚ ਪਾਏ ਦਾਣੇ ਮਹਿੰਦਰੋਂ ਨੂੰ ਵਿਖਾਏ ਤਾਂ ਉਹ ਫੇਰ ਉਸ ਨੂੰ ਘੂਰਨ ਲੱਗ ਪਈ, ਪਰ ਉਹ ਚੁੱਪਚਾਪ ਬਾਹਰ ਨੂੰ ਤੁਰ ਪਿਆ। ਹੱਟੀ ਤੇ ਜਾ ਕੇ ਜਦੋਂ ਉਸ ਦਾਣੇ ਤੱਕੜੀ ਵਿੱਚ ਪਾਏ ਤਾਂ ਮਿਲਖੀ ਨੇ ਦਾਣਿਆਂ 'ਚ ਹੱਥ ਮਾਰ ਕੇ ਮਨਮਰਜ਼ੀ ਦਾ ਭਾਅ ਲਾਇਆ ਤੇ ਫੇਰ ਪੱਲੜਾ ਚੁੱਕ ਕੇ ਨੇੜੇ ਪਏ ਪੀਪੇ ਵਿੱਚ ਉਲਟਾਉਂਦਿਆਂ ਪੁੱਛਿਆ, ਕੀ ਲੈਣਾ? ਕਿੰਨੇ ਦੇ ਹੋਏ ਐ? 6 ਆਨਿਆਂ ਦੇ। ਸ਼ੱਕਰਪਾਰੇ ਦੇ ਦੇ। ਸ਼ੱਕਰਪਾਰੇ ਤਾਂ ਹੈ ਨਹੀਂ, ਮਿੱਠੀਆਂ ਪਕੌੜੀਆਂ। ਚੱਲ ਉਹੀ ਦੇ ਦੇ। ਆਖਦਿਆਂ ਗੋਰੇ ਨੇ ਭੌਂਕੇ ਬੀਹੀ ਵਿੱਚ ਦੇਖਿਆ। ਬੀਹੀ ਸੁੰਨੀ ਪਈ ਸੀ। ਮਿਲਖੀ ਨੇ ਪਕੌੜੀਆਂ ਤੋਲ ਕੇ ਗੋਰੇ ਦੇ ਪੱਲੇ ਵਿੱਚ ਪਾਈਆਂ। ਬਾਹਰ ਨਿਕਲ ਗੋਰੇ ਨੇ ਆਪਣੇ ਘਰ ਵੱਲ ਵੇਖਿਆ ਤੇ ਪੱਲੇ ਵਿੱਚੋਂ 3-4 ਪਕੌੜੀਆਂ ਛੇਤੀ ਦੇ ਕੇ ਮੂੰਹ ਵਿੱਚ ਪਾ ਲਈਆਂ। ਬਚਦੀਆਂ ਉਸ ਜੇਬ 'ਚ ਤੁੰਨ ਲਈਆਂ। ਭੇਡੂ ਕੇ ਮੋੜ ਉੱਤੇ ਜਦੋਂ ਉਸਨੇ ਸਕੂਲ ਵੱਲ ਦੇਖਿਆ, ਸਕੂਲ ਦੀ ਪੀਲੀ ਇਮਾਰਤ ਉਹਦੀਆਂ ਅੱਖਾਂ ਵਿੱਚ ਸੇ ਦੇ ਤੱਕਲਿਆਂ ਵਾਂਗ ਵੱਜੀ। ਗੋਰਾ ਭਮੱਤਰ ਕੇ ਥਾਂ ਖੜੋ ਗਿਆ। ਉਗਾਲੀ ਹੋਈਆਂ ਪਕੌੜੀਆਂ ਨਾਲ ਉਹਦਾ ਮੂੰਹ ਭਰਿਆ ਪਿਆ ਸੀ। ਕੋਨਾ ਮਾਸਟਰ ਕਿਸੇ ਭੂਸਰੇ ਸਾਨ ਵਾਂਗ ਦਿਸ ਰਿਹਾ ਸੀ। ਬਿੰਦ ਕੋ ਜੱਕੋ ਤੱਕੀ ਵਿੱਚ ਖਲੋਤਾ ਰਿਹਾ। ਫਿਰ ਉਹ ਮਗਰ ਭੌਂ ਪਿਆ। ਪਕੌੜੀਆਂ ਚੱਬਦਾ ਤੇ ਆਲਾ ਦੁਆਲਾ ਤਾੜਦਾ ਉਹ ਸੱਥ ਵਿੱਚ ਆ ਗਿਆ। 2 ਚਿੱਤੀ ਪਿਆ ਉਹ ਸੱਥ ਵਿੱਚ ਖਲੋਤਾ ਸੀ। ਕੁਝ ਸੋਚ ਕੇ ਉਹ ਵਿਚਕਾਰਲੀ ਬੀਹੀ ਪੈ ਗਿਆ। ਦਿਆਲੂ ਬੁੜੇ ਦੇ ਘਰ ਕੋਲ ਆ ਕੇ ਉਹਦੇ ਪੈਰ ਅੱਗੇ ਜਾਣੋਂ ਦਰੇਗ ਕਰ ਗਏ। ਦਿਆਲੂ ਛੜਾ ਸੀ, ਪਿੱਛੇ ਕੱਚੀ ਸੁਭਾਤ, ਮੂਹਰੇ ਸਦੀਆਂ ਪੁਰਾਣਾ ਢਹਿ ਜਿਹਾ ਵਰਾਂਡਾ ਸੀ ਜਿਸ ਦਾ ਇੱਕ ਵਾਰ ਕੱਚੀਆਂ ਇੱਟਾਂ ਨਾਲ ਬੰਦ ਕੀਤਾ ਹੋਇਆ ਸੀ। ਦਿਆਲੂ ਦਿਨੇ ਬਾਹਰ ਛੜਿਆ ਰਹਿੰਦਾ। ਗੋਰਾ ਚਫੇਰੇ ਨਿਗਾਹ ਮਾਰ ਕੇ
ਵਰਾਂਡੇ 'ਚ ਵੜ ਗਿਆ। ਕਿਤਾਬਾਂ ਵਾਲਾ ਝੋਲਾ ਖੁੰਝੇ ਰੱਖ ਦਿੱਤਾ ਤੇ ਆਪ ਕੰਧ ਨਾਲ ਢੋ ਲਾ ਕੇ ਬੈਠ ਗਿਆ ਤੇ ਸਲਾਬੀ ਧਰਤੀ ਤੇ ਉਸ ਲੱਤਾਂ ਲਮਿਆਰ ਲਈਆਂ, ਜਿਵੇਂ ਉਸ ਦੇ ਅੰਦਰ ਕੋਈ ਸ਼ਾਂਤੀ ਪਸਰ ਰਹੀ ਹੋਵੇ। ਭਾਲ ਲੈਣ ਗੋਰੇ ਨੂੰ ਜਿੱਥੋਂ ਭਾਲਣਾ। ਉਸ ਹੌਲੀ ਦੇ ਕੇ ਆਖਿਆ, ਹੱਸ ਪਿਆ। ਫਿਰ ਨੇੜੇ ਪਈਆਂ ਡਲੀਆਂ ਨੂੰ ਚੁੱਕ ਪਰੇ ਐਵੇਂ ਪਈ ਇੱਕ ਮੋਟੀ ਸਾਰੀ ਇੱਟ ਤੇ ਮਾਰਨ ਲੱਗ ਪਿਆ। ਪਹਿਲਾਂ ਤਾਂ ਕਿੰਨਾ ਚਿਰ ਉਸ ਕੋਲੋਂ ਇੱਟ ਦੀ ਟੀਸੀ ਤੇ ਨਿਸ਼ਾਨਾ ਨਾ ਲੱਗਿਆ, ਪਰ ਜਦੋਂ ਉਸ ਬਾਰ-ਬਾਰ ਯਤਨ ਕੀਤਾ ਤਾਂ ਵਿੱਚ ਦੀ 2-3 ਵਾਰੀ ਉਸ ਦਾ ਨਿਸ਼ਾਨਾ ਠੀਕ ਲੱਗਿਆ ਤੇ ਉਹਦਾ ਮਨ ਫੁੱਲ ਵਾਂਗ ਟਹਿਕ ਉੱਠਿਆ। ਉਦੋਂ ਹੀ ਉਸ ਬਾਹਰ ਪੈੜ ਚਾਲ ਸੁਣੀ। ਉਸਨੇ ਧੜਕਦੇ ਦਿਲ ਨਾਲ ਬਾਹਰੋਂ ਆ ਰਹੇ ਬੰਦੇ ਦੇ ਡਰ ਵਜੋਂ ਸਹੇ ਵਾਂਗ ਕੰਨ ਚੁੱਕ ਲਏ, ਪਰ ਬਾਹਰਲੀ ਪੈੜ ਚਾਲ ਉਸ ਪਿਛਾਂਹ ਮੁੜਦੀ ਸੁਣੀ, ਫਿਰ ਹੋਰ ਡੂੰਘੀ ਉਤਰਦੀ ਗਈ। ਗੋਰੇ ਨੇ ਸਾਹ ਭਰ ਕੇ ਛੱਡਿਆ, ਫਿਰ ਲੱਤਾਂ ਨਿਸਾਰ ਲਈਆਂ ਤੇ ਅੱਖਾਂ ਮੀਚ ਲਈਆਂ। ਅੰਦਰ ਬੈਠਿਆਂ ਉਸ ਨੂੰ ਅੱਧਾ ਦਿਨ ਬੀਤ ਗਿਆ। ਪਕੌੜੀਆਂ ਉਸ ਸਾਰੀਆਂ ਖਾ ਲਈਆਂ। ਮਿਠਾਸ ਤੇ ਚਾਹ ਨੇ ਉਸ ਦਾ ਸੰਗ ਮਚਣ ਲਾ ਦਿੱਤਾ। ਜੀ ਕੀਤਾ ਉੱਠ ਕੇ ਬਾਹਰੋਂ ਪਾਣੀ ਪੀ ਜਾਵੇ, ਪਰ ਇਸ ਡਰੋਂ ਉੱਥੇ ਹੀ ਦੜਿਆ ਰਿਹਾ, ਕੋਈ ਵੇਖ ਨਾ ਲਵੇ। ਹੱਥ ਨੇ ਜਦੋਂ ਛੁੱਟੀ ਦਾ ਮੌਕਾ ਹੋਇਆ, ਉਹ ਕੱਦੂ ਹੋਰਾਂ ਦੇ ਆਉਣ ਤੋਂ ਪਹਿਲਾਂ ਹੀ ਘਰ ਆ ਗਿਆ। ਪੱਟੀ ਬਸਤਾ ਉਸ ਖੜੋਤਿਆਂ ਹੀ ਸੁੱਟ ਦਿੱਤਾ। ਮਹਿੰਦਰੋ ਉਸ ਨੂੰ ਭੱਜ ਕੇ ਪਈ, ਕਿਉਂ ਭੰਨਦਾ ਮਾਂ ਆਪਣੀ ਨੂੰ? ਛੇਤੀ ਦੇ ਕੇ 2 ਰੋਟੀਆਂ ਖਿੱਚ ਲਈਆਂ। ਘਿਓ ਵਾਲੀ ਕੁੱਜੀ ਨੂੰ ਹੱਥ ਮਾਰਿਆ, ਉਹ ਖਾਲੀ ਸੀ। ਅੰਦਰੋਂ ਗੁੜ ਲੈ ਕੇ ਰੋਟੀ ਖਾਣ ਲੱਗ ਪਿਆ। 2 ਰੋਟੀਆਂ ਦੀਆਂ ਉਸ 8 ਬੁਰਕੀਆਂ ਕੀਤੀਆਂ। ਅਖੀਰਲੀ ਬੁਰਕੀ ਮਰੋੜ ਕੇ ਮੂੰਹ ਵਿੱਚ ਤੁੰਨਦਿਆਂ ਉਸਨੇ ਭਾਂਡਿਆਂ ਵਾਲੀ ਵਿੱਚੋਂ ਗਲਾਸ ਚੁੱਕਿਆ। ਠੰਡੀ ਹੋਈ ਗੋਹਿਆਂ ਦੀ ਸੁਆਹ ਉੱਤੇ ਪਏ ਪਤੀਲੇ ਦਾ ਚੱਪਣ ਲਾ ਕੇ ਕਾਲੀ ਤੇ ਘਸਮੈਲੀ ਚਾਹ ਦਾ ਗਲਾਸ ਗਲ ਗਸਾ ਕਰ ਲਿਆ। ਇੱਕੋ ਸਾਹ ਉਹ ਸਾਰਾ ਗਲਾਸ ਢਕਾਰ ਲਿਆ। ਝੱਗੇ ਦੇ ਮੂਹਰਲੇ ਪੱਲੇ ਨਾਲ ਮੂੰਹ ਪੂੰਝਦਿਆਂ ਪੁੱਛਿਆ, ਬੀਬੀਏ ਮੈਂ ਖੇਤ ਨੂੰ ਜਾਵਾਂ? ਖੇਤ ਨੂੰ ਕੀ ਕਰਨ ਜਾਣਾ? ਉਹ ਤਾਂ ਆਉਣ ਵਾਲਾ ਹੀ ਐ। ਤੂੰ ਪਸ਼ੂ ਖੋਲ ਲਿਆ ਨਿਆਈ ਚੋਂ। ਮਈਆਂ ਤੂੰ ਖੋਲ ਲਿਆਈ, ਮੈਂ ਬਾਪੂ ਨਾਲ ਪੱਠੇ ਚੁਕਾ ਲਿਆਉਣਾ। ਅੱਜ ਪੱਠੇ ਚੁਕਾਉਣੇ ਕਿਵੇਂ ਯਾਦ ਆ ਗਏ? ਅੱਗੇ ਨਾ ਪਿੱਛੇ। ਉਹ ਉਸ ਵੱਲ ਝਾਕੀ, ਕਿਧਰੇ ਹੋਰ ਦਾ ਉਜਾੜਾ ਲੱਗਿਆ ਹੋਊ। ਤੂੰ ਮਈਆਂ ਖੋਲ ਕੇ ਲਿਆ। ਗੋਰਾ ਪੈਰ ਜਿਹੇ ਛੰਡਦਾ ਨਿਆਈ ਨੂੰ ਤੁਰ ਗਿਆ। ਮੱਝਾਂ ਦੇ ਸੰਗਲ ਲਾ ਕੇ ਉਹ ਸਾਰੇ ਰਾਹ ਭਜਾਈ ਆਇਆ। ਕੱਦੂ ਸੜਾਕੇ ਮਾਰਦਾ ਸਵਾਹ ਰੰਗੀ ਚਾਹ ਪੀ ਰਿਹਾ ਸੀ। ਕੱਦੂ ਦੀਆਂ ਉਹਦੇ ਨਾਲ ਅੱਖਾਂ ਮਿਲੀਆਂ ਤਾਂ ਗੋਰੇ ਦੀਆਂ ਅੱਖਾਂ ਵਿੱਚ ਇੱਕ ਸਹਿਮ ਜਿਹਾ ਛਾ ਗਿਆ। ਮੇਰੇ ਕੋਲ ਇੱਕ ਬੜੀ ਸੋਹਣੀ ਚੀਜ਼ ਹੈ। ਗੋਰੇ ਨੇ ਉਹਦੇ ਕੋਲ ਜਾ ਕੇ ਮੋਹ ਜਿਹੇ ਨਾਲ ਆਖਿਆ, ਦਿਖਾ ਤਾਂ। ਤੂੰ ਲੈਣੀ ਐ? ਵੇ ਤੂੰ ਕਿੱਲਿਆਂ 'ਚ ਸੰਗਲ ਤਾਂ ਪਾ ਦੇ, ਫੇਰ ਕਰ ਲਈ ਗੁਰਮਤੇ ਜਿਹੜੇ ਕਰਨੇ ਹੋਏ। ਗੋਰਾ ਮੱਝਾਂ ਵੱਲ ਹੋ ਗਿਆ। ਕੱਦੂ ਨੇ ਉਹਦੇ ਕੋਲ ਜਾ ਕੇ ਫਿਰ ਉਹ ਚੀਜ਼ ਮੰਗੀ। ਬਿੰਦ ਕੋ ਮਗਰੋਂ ਬੋਲਿਆ, ਤੂੰ ਅੱਜ ਸਕੂਲ ਕਾਹਤੋਂ ਨਹੀਂ ਗਿਆ? ਗੋਰਾ ਡਰਿਆ ਤੇ ਉਹ ਚੁੱਲ੍ਹੇ ਵੱਲ ਝਾਕਿਆ, ਪਰ ਮਹਿੰਦਰੋ ਦਾ ਧਿਆਨ ਕੰਮ ਵਿੱਚ ਸੀ। ਫਿਰ ਗੋਰੇ ਨੇ ਕੱਦੂ ਨੂੰ ਬਾਹੋਂ ਫੜਿਆ ਤੇ ਇਹ ਕਹਿੰਦਿਆਂ ਵਰਾਂਡੇ ਵੱਲ ਖਿੱਚ ਤੁਰਿਆ, ਬਲਾ ਸੋਹਣੀ ਚੀਜ਼ ਐ, ਤੂੰ ਲੈ ਲੈ, ਮੈਂ ਹੋਰ ਲੈ ਆਉਂ। ਤੂੰ ਕਿੱਥੋਂ ਲਿਆਂਦੀ ਐ? ਹੈਂ? ਗੋਰੇ ਨੇ ਬਿਨ ਬੋਲਿਆ ਹੀ ਬਸਤਾ ਖੋਲ ਕੇ ਕੱਦੂ ਨੂੰ ਇੱਕ ਚਿਲਕਵਾਂ ਚੌਰਸ ਤੇ ਚਿੱਟਾ ਦੁੱਧ ਵਰਗਾ ਪੱਥਰ ਫੜਾਇਆ। ਕੱਦੂ ਨੇ ਹੱਥ 'ਚ ਲੈ ਕੇ ਜਦੋਂ ਦੂਜਾ ਉੱਤੇ ਫੇਰਿਆ ਤਾਂ ਉਸ ਦਾ ਚਿੱਤ ਖਿੜ ਗਿਆ। ਤੂੜਾ ਤੂੜਾ ਹੈ ਓਏ ਗੋਰਿਆ, ਤੂੰ ਇਹਨੂੰ ਗੱਲ ਨਾਲ ਲਾ ਕੇ ਦੇਖ, ਕਿੰਨਾ ਸਵਾਦ ਆਉਂਦਾ। ਕਈ ਦਿਨ ਪਹਿਲਾਂ ਗੋਰੇ ਨੂੰ ਇਹ ਪੱਥਰ ਰਾਹ ਵਿੱਚੋਂ ਲੱਭਿਆ ਸੀ। ਕੱਦੂ ਨੇ ਪੱਥਰ ਨੂੰ ਆਪਣੀ ਗੱਲ ਨਾਲ ਘਸਾਇਆ, ਉੱਚੀ ਦੇ ਕੇ ਟੇਕਿਆ, ਨਾਲੇ ਖਿਦ ਕਰਕੇ ਹੱਸਿਆ, ਕਿੰਨਾ ਤੂੜਾ ਤੂੜਾ ਲੱਗਦਾ ਹੈ। ਦੂਸਰੀ ਵਾਰ ਫੇਰ ਪੱਥਰ ਘਸਾਇਆ। ਇਸ ਤਰ੍ਹਾਂ ਖੁਸ਼ ਹੁੰਦਾ ਕੱਦੂ ਆਪਣੀ ਮਾਂ ਕੋਲ ਚਲਾ ਗਿਆ। ਆਹ ਕੀ ਵੇ? ਗੋਰੇ ਨੇ ਦਿੱਤਾ ਮੈਨੂੰ, ਦੇਖ ਬੀਬੀ ਕਿੰਨਾ ਤੂੜਾ ਹੈ, ਗੱਲ ਨਾਲ ਲਾ। ਉਹਨੇ ਆਪਣੀ ਮਾਂ ਦੀ ਗੱਲ ਨਾਲ ਪੱਥਰ ਘਸਾ ਦਿੱਤਾ। ਫਿਰ ਕੁਝ ਯਾਦ ਆ ਜਾਣ ਤੇ ਗੋਰੇ ਦੇ ਸਕੂਲੋਂ ਨਾ ਜਾਣ ਬਾਰੇ ਪੁੱਛਿਆ, ਪਰ ਮਹਿੰਦਰੋ ਨੇ ਉਹਨੂੰ ਇਹ ਕਹਿ ਕੇ ਚੁੱਪ ਕਰਾ ਦਿੱਤਾ, ਨਿੱਕਰ ਤਾਂ ਕੱਸ ਲੈ, ਲੱਗਦਿਆ ਪੱਥਰ ਦਿਆ। ਨਿੱਕਰ ਜਾਏ ਖਾਣੇ ਦੀ ਪੈਰਾਂ 'ਚ ਹੀ ਰਹਿੰਦੀ ਹੈ। ਇਸ ਤਰ੍ਹਾਂ ਵਿਦਿਆਰਥੀਓ, ਇਸ ਕਾਂਡ ਵਿੱਚ ਤੁਸੀਂ ਦੇਖਦੇ ਹੋ ਕਿ ਗੋਰੇ ਨੂੰ ਸਕੂਲ ਵਿੱਚ ਵੀ ਉਸੇ ਤਰ੍ਹਾਂ ਘਰ ਵਰਗੇ ਤਣਾਅ ਭਰਪੂਰ ਮਾਹੌਲ ਵਿੱਚ ਹੀ ਰਹਿਣਾ ਪੈਂਦਾ ਹੈ। ਗੋਰਾ ਇਸ ਮਾਹੌਲ ਤੋਂ ਛੁਟਕਾਰਾ ਪਾਉਣਾ ਚਾਹੁੰਦਾ ਹੈ, ਪਰ ਉਸ ਨੂੰ ਰਾਹ ਨਹੀਂ ਮਿਲਦਾ। ਜਦੋਂ ਕਦੇ ਉਸ ਨੂੰ ਰਾਹ ਮਿਲਦਾ ਹੈ ਤਾਂ ਉਹ ਉਸ ਮਾਹੌਲ ਵਿੱਚੋਂ ਛੁਟਕਾਰਾ ਪਾ ਲੈਂਦਾ ਹੈ। ਮੂਲ ਰੂਪ ਵਿੱਚ ਉਹ ਨਲਾਇਕ ਹੈ ਅਤੇ ਘਰ ਦੇ ਹਾਲਾਤ ਵੀ ਉਸ ਨੂੰ ਪੜ੍ਹਨ ਦੀ ਇਜਾਜ਼ਤ ਨਹੀਂ ਦਿੰਦੇ। ਵਿਦਿਆਰਥੀਓ, ਇਸ ਆਡੀਓ ਨੂੰ ਧਿਆਨ ਨਾਲ ਸੁਣੋ ਅਤੇ ਇਸ ਵਿੱਚ ਆਏ ਵਿਚਾਰਾਂ ਨੂੰ ਸਮਝੋ। ਧੰਨਵਾਦ।